ਕਲਾਸ 9th ਦੀ ਪੰਜਾਬੀ ਦਾ ਇੱਕ ਚੈਪਟਰ ਹੈ ਜਿਹਦਾ ਨਾਮ ਹੈ ਵਹਿਮੀ ਤਾਇਆ। ਅਤੇ ਇਸ ਪਾਰਟ ਦਾ ਜਿਹੜੇ ਰਾਈਟਰ ਨੇ ਔਥਰ ਨੇ ਸਾਡੇ ਉਹ ਹੈ ਸੂਬਾ ਸਿੰਘ। ਅਤੇ ਥੋੜ੍ਹਾ ਜਿਹਾ ਰਾਈਟਰ ਬਾਰੇ ਅਸੀਂ ਪੜ੍ਹ ਲੈਂਦੇ ਹਾਂ। ਸੂਬਾ ਸਿੰਘ ਦਾ ਜਨਮ 1912 ਈਸਵੀ ਵਿੱਚ ਪਿੰਡ ਉਦੇ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਰਦਾਰ ਰਾਮ ਸਿੰਘ ਦੇ ਘਰੇ ਹੋਇਆ। ਸੂਬਾ ਸਿੰਘ ਨੇ MA ਹਿਸਾਬ ਦੀ ਕੀਤੀ, ਫਿਰ ਫੌਜ ਵਿੱਚ ਭਰਤੀ ਹੋ ਗਏ। ਦੂਜੇ ਸੰਸਾਰ ਯੁੱਧ ਵਿੱਚ ਜਾਪਾਨੀਆਂ ਦੀ ਕੈਦ ਕੱਟੀ। ਸੂਬਾ ਸਿੰਘ ਕੁਝ ਸਮਾਂ ਸਿੰਗਾਲਪੁਰ ਅਤੇ ਸੁਲਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਵੀ ਰਹੇ। ਅਤੇ ਉਹਨਾਂ ਦਾ ਇਹ ਬਹੁਤ ਫੇਮਸ ਜਿਹੜਾ ਪਾਠ ਹੈ ਸਾਡੇ ਕੋਲ ਹੈ ਅੱਜ, ਜਿਹਦਾ ਨਾਂ ਹੈ ਵਹਿਮੀ ਤਾਇਆ। ਸਾਨੂੰ ਸਾਰਿਆਂ ਨੂੰ ਪਤਾ ਹੈ ਵਹਿਮ ਕੀ ਚੀਜ਼ ਹੁੰਦੀ ਹੈ, ਅਤੇ ਉਸੇ ਚੀਜ਼ ਨੂੰ ਸਮਝਾਉਣ ਪਿੱਛੇ ਇਹ ਚੈਪਟਰ ਲਿਖਿਆ ਗਿਆ ਹੈ। ਪੜ੍ਹਨਾ ਸ਼ੁਰੂ ਕਰਦੇ ਹਾਂ। ਤਾਇਆ ਮਨਸਾ ਰਾਮ ਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੇ ਆਖਦਾ ਵੀ ਸੀ। ਯਾਨੀ ਸਟੋਰੀ ਦਾ ਜਿਹੜਾ ਮੇਨ ਕਰੈਕਟਰ ਹੈ ਉਹਦਾ ਨਾਮ ਹੈ ਮਨਸਾ ਰਾਮ ਅਤੇ ਸਾਰੇ ਲੋਕ ਉਹਨੂੰ ਵਹਿਮੀ ਤਾਇਆ ਬੋਲਦੇ ਸਨ। ਮੁਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ। ਵਹਿਮ ਕੋ ਵਾਟ ਤੋਂ ਵੀ ਤਾਏ ਮਨਸਾ ਰਾਮ ਨੂੰ ਉੱਡ ਕੇ ਚੰਬੜਨਾ ਹੈ। ਅਸਲ ਗੱਲ ਤਾਂ ਇਹ ਹੈ ਕਿ ਤਾਏ ਨੂੰ ਵੀ ਵਹਿਮਾਂ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ। ਯਾਨੀ ਇਸ 'ਚ ਪਿੰਡ ਵਾਲਿਆਂ ਦੀ ਗਲਤੀ ਨਹੀਂ ਕਿ ਉਹਨੂੰ ਵਹਿਮੀ ਤਾਇਆ ਬੁਲਾਇਆ ਜਾਂਦਾ ਹੈ, ਬਿਕੋਜ਼ ਮਨਸਾ ਰਾਮ ਆਲਰੇਡੀ ਸਟਾਰਟਿੰਗ ਤੋਂ ਵਹਿਮਾਂ ਭਰਮਾਂ ਦਾ ਸ਼ਿਕਾਰ ਰਿਹਾ ਹੈ। ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ। ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉਂ ਆਇਆ ਨੂੰ ਆਖਿਆ, ਯਾਨੀ ਜਿਹੜਾ ਵੀ ਵਹਿਮ ਉਹਨੂੰ ਲੱਗਦਾ ਉਹਨੇ ਉਹਨੂੰ ਅਸੈਪਟ ਕੀਤਾ। ਕਦੀ ਵੀ ਕਿਸੇ ਵਹਿਮ ਨੂੰ ਉਹਨੇ ਅਪੋਜ਼ ਨਹੀਂ ਕੀਤਾ ਅਤੇ ਗੱਲ ਨਾਲ ਲਾ ਕੇ ਰੱਖਿਆ। ਮਜਾਲ ਹੈ ਕਿ ਉਹਨੂੰ ਥੋੜ੍ਹੇ ਕਿੱਥੇ ਵੀ ਛੋੜਿਆ ਹੋਵੇ, ਯਾਨੀ ਇੱਕ ਵਾਰ ਉਹ ਵਹਿਮ ਦਾ ਸ਼ਿਕਾਰ ਹੋ ਜਾਂਦੇ ਅਤੇ ਵਹਿਮ ਕਿਸੇ ਦੇ ਦਿਲ ਦਿਮਾਗ 'ਚੋਂ ਕੱਢਣਾ ਬਹੁਤ ਮੁਸ਼ਕਿਲ ਹੈ। ਸੇਮ ਗੋਜ਼ ਵਿਦ ਮਨਸਾ ਰਾਮ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ, ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ ਮਾੜੀ ਪੱਖ ਰਹਿੰਦੀ ਹੈ। ਤਾਇਆ ਹੱਟੀ ਵਿੱਚ ਬੈਠ ਕੇ ਮੈਂ ਅੰਦਰ ਲੰਘਿਆ ਤਾਂ ਵੇਖਦਾ ਕਿ ਉਹਦੇ ਮੰਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਬੇ ਦੇ ਨਬਜ਼ ਉੱਪਰ ਮਨ ਤੇ ਮੂੰਹ ਵਿੱਚ ਥਰਮਾਮੀਟਰ ਨਾਪਿਆ ਹੋਇਆ ਸੀ। ਯਾਨੀ ਸਭ ਤੋਂ ਪਹਿਲੇ ਰਾਈਟਰ ਨੂੰ ਯਾਦ ਆਉਂਦਾ ਹੈ ਕਿ ਉਹਨਾਂ ਨੂੰ ਇਹ ਵਹਿਮ ਰਹਿੰਦਾ ਸੀ ਕਿ ਉਹਨਾਂ ਨੂੰ ਬੁਖਾਰ ਚੜ੍ਹਿਆ ਰਹਿੰਦਾ ਹੈ, ਇਸ ਕਰਕੇ ਉਹ ਥਰਮਾਮੀਟਰ ਹਮੇਸ਼ਾ ਆਪਣੇ ਨੇੜੇ ਰੱਖਦੇ। ਉਹਨੂੰ ਬਹੁਤ ਬੁਰਾ ਖਾ ਜਾਣ ਵਾਲੇ ਵਹਿਕੜੇ ਦੀਆਂ ਨਜ਼ਰਾਂ ਨਾਲ ਤੱਕਿਆ। ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਅਤੇ ਫਿਰ ਮੂੰਹ ਵਿੱਚ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ, ਮੈਨੂੰ ਸੋਰੀ ਪੱਖ ਨਹੀਂ ਚੜ੍ਹਦੀ। ਬਥੇਰਾ ਓੜ ਪੋੜ ਕੀਤਾ ਹੈ ਪਰ ਇਹ ਖੇੜਾ ਹੀ ਨਹੀਂ ਛੱਡਦੀ। ਇਹ ਆਖਣ ਪਿੱਛੋਂ ਉਹਨੇ ਪੱਠੀਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗਣ ਖੰਘਣਾ ਆਰੰਭ ਕੀਤਾ। ਇੰਨੇ ਜ਼ੋਰ ਨਾਲ ਕਿ ਆਖਿਆ ਵਿੱਚ ਗਲੇਡੂ ਆ ਗਿਆ। ਯਾਨੀ ਕਿ ਉਹ ਦੱਸਦਾ ਹੈ ਕਿ ਮੈਂ ਆਪਣੇ ਬੁਖਾਰ ਦਾ ਜਿਹੜਾ ਨਾ ਬੜਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਬੁਖਾਰ ਮੇਰਾ ਸਾਥ ਨਹੀਂ ਛੱਡਦੀ। ਅਤੇ ਇੱਥੇ ਰਾਈਟਰ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰ ਰਿਹਾ, ਜਦ ਗਾਂ ਜਾਂ ਮੱਝ ਚਾਰਾ ਚੱਬਦੀ ਹੈ ਅਤੇ ਉਹਦੇ ਮੂੰਹ 'ਚ ਜੇ ਵਾਲ ਆ ਜਾਂਦੇ ਨੇ ਅਤੇ ਉਹ ਬੜੀ ਅਜੀਬ ਜਿਹੀ ਸ਼ਕਲ ਬਣਾ ਕੇ ਉਹਨੂੰ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਤਰੀਕੇ ਦੀ ਉਹ ਤਾਈ ਦੀ ਸ਼ਕਲ ਨੂੰ ਐਕਸਪਲੇਨ ਕਰਨ ਦੀ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਹਮਦਰਦੀ ਨਾਲ ਤਾਏ ਦੇ ਖੱਬੇ ਹੱਥ ਦੀ ਨਬਜ਼ 'ਤੇ ਹੱਥ ਰੱਖਿਆ, ਪੱਖ ਕੋਈ ਨਹੀਂ ਸੀ। ਯਾਨੀ ਰਾਈਟਰ ਜਿਹੜਾ ਹੈ ਉਹ ਨਬਜ਼ ਦੇਖਦਾ ਹੈ ਅਤੇ ਉਹਨੂੰ ਲੱਗਦਾ ਹੈ ਕਿ ਤਾਏ ਨੂੰ ਤਾਂ ਕੋਈ ਬੁਖਾਰ ਨਹੀਂ ਹੈ, ਇੰਝ ਹੀ ਬੋਲੀ ਜਾ ਰਿਹਾ। ਤਾਇਆ ਜੀ ਪੱਖ ਤਾਂ ਕੋਈ ਨਹੀਂ, ਐਵੇਂ ਵਹਿਮ ਲਾਇਆ ਜੇ। ਕਦੇ ਠੰਡੇ ਪਿੰਡੇ ਵੀ ਤਾਪ ਚੜ੍ਹਿਆ। ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜਕਿਆ, ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ। ਇੱਥੇ ਵੱਡੇ 15 ਹਾਰ ਗਏ, ਤੂੰ ਕਿਹੜੀਆਂ ਚੋਚ ਹੈ। ਵਹਿਮ ਤੈਨੂੰ ਹੈ, ਮੈਨੂੰ ਨਹੀਂ, ਮੈਨੂੰ ਤਾਂ ਪੱਖ ਹੈ। ਯਾਨੀ ਉਹ ਰਾਈਟਰ ਜਿਹੜਾ
ਤਾਏ ਨੂੰ ਕਹਿੰਦਾ ਹੈ ਕਿ ਬਈ ਤੇਰਾ ਪਿੰਡਾ ਤਾਂ ਬਿਲਕੁਲ ਠੰਡਾ ਪਿਆ ਹੈ, ਬਈ ਤੈਨੂੰ ਤੇ ਕੋਈ ਤਪ ਨਹੀਂ ਹੈ। ਤੇ ਇਹ ਸੁਣ ਕੇ ਜਿਹੜਾ ਨਾ ਤਾਏ ਨੂੰ ਗੁੱਸਾ ਚੜ ਜਾਂਦਾ। ਉਹ ਕਹਿੰਦਾ ਤੂੰ ਕਿੱਥੇ ਦਾ ਹਕੀਮ ਲੱਗਿਆ, ਤੂੰ ਹੁੰਦਾ ਕੌਣ ਹੈ ਬੋਲਣ ਵਾਲਾ। ਮੈਨੂੰ ਲੱਗਦਾ ਤੈਨੂੰ ਵਹਿਮ ਹੈ, ਕਿਉਂਕਿ ਮੈਨੂੰ ਤੇ ਬੁਖਾਰ ਚੜਿਆ ਹੋਇਆ। ਇਹ ਆਖਦਿਆਂ ਤਾਏ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਮੰਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੇ ਨਬਜ਼ 'ਤੇ ਰੱਖ ਲਈਆਂ। ਮੇਰੇ ਅੱਗੋਂ ਗੱਲ ਤੋਰਨ ਦਾ ਹੌਸਲਾ ਨਾ ਪਿਆ, ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ, ਵਹਿਮੀਆਂ ਨਾਲ ਮੁਕਾਬਲਾ ਅਕਲ ਪੁੱਖ ਕਰਨਾ। ਯਾਨੀ ਤਾਇਆ ਬੋਲ ਬੋਲ ਕੇ ਥਰਮਾਮੀਟਰ ਮੂੰਹ 'ਚ ਰੱਖਦਾ ਹੈ ਅਤੇ ਆਪਣਾ ਹੱਥ ਜਿਹੜਾ ਨਬਜ਼ 'ਤੇ ਰੱਖਦਾ ਹੈ। ਅਤੇ ਇਸ ਤੋਂ ਬਾਅਦ ਜਿਹੜਾ ਨਾ ਰਾਈਟਰ ਦੀ ਹਿੰਮਤ ਹੀ ਨਹੀਂ ਹੁੰਦੀ ਉਹ ਅੱਗੇ ਤਾਏ ਨੂੰ ਕੁਝ ਬੋਲੇ, ਕਿਉਂਕਿ ਉਹਨੂੰ ਇਹ ਗੱਲ ਯਾਦ ਆ ਜਾਂਦੀ ਹੈ ਕਿ ਸਿਆਣੇ ਲੋਕ ਕਹਿੰਦੇ ਨੇ ਕਿ ਵਹਿਮੀ ਲੋਕਾਂ ਨਾਲ ਜਿਹੜਾ ਨਾ ਉਹ ਮੁਕਾਬਲਾ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਨੇ ਕਦੀ ਵੀ ਤੁਹਾਡੀ ਗੱਲ ਨਹੀਂ ਮੰਨਣੀ। ਕੋਈ 5 ਸਾਲ ਲਈ ਕਈ ਦਰਜਨਾਂ ਥਰਮਾਮੀਟਰ ਪੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਵਹਿਮ ਤਾਂ ਲੱਥ ਗਿਆ, ਪਰ ਕਈ ਹੋਰ ਆ ਚੰਬੜੇ। ਯਾਨੀ 5 ਸਾਲ ਤੱਕ ਉਹਨਾਂ ਨੂੰ ਇਹ ਵਹਿਮ ਰਹਿੰਦਾ ਹੈ ਕਿ ਉਹਨਾਂ ਨੂੰ ਫੀਵਰ ਹੈ, ਤਪ ਚੜਿਆ ਹੋਇਆ ਹੈ। ਇਹਨਾਂ 5 ਸਾਲਾਂ ਵਿੱਚ ਕਿੰਨੇ ਹੀ ਥਰਮਾਮੀਟਰ ਜਿਹੜੇ ਨੇ ਨਾ ਉਹ ਤੋੜ ਦਿੰਦੇ ਨੇ। ਬਟ ਹੁੰਦਾ ਕੀ ਹੈ ਕਿ ਉਹਨਾਂ ਦਾ ਫੀਵਰ ਦਾ ਜਿਹੜਾ ਵਹਿਮ ਹੈ ਉਹ ਤਾਂ ਖ਼ਤਮ ਹੋ ਜਾਂਦਾ ਹੈ, ਬਟ ਉਹਦੇ ਨਾਲ ਨਾਲ ਉਹਨਾਂ ਨੂੰ ਹੋਰ ਜਿਹੜੇ ਵਹਿਮ ਨੇ ਉਹ ਚਮੜ ਜਾਂਦੇ ਨੇ। ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਨੇ। ਤਾਏ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਸਾਂਦੇ ਨੇ ਹੱਥ ਮਿਲਾ ਲੈਣਾ ਤੇ ਕੀਟਾਣੂ ਝਾੜਨ ਲਈ ਅੱਧਾ ਘੰਟਾ ਸਾਬਣ ਮਲ ਕੇ ਹੱਥ ਧੋਏ ਜਾਣੇ। ਜੇ ਕਿਸੇ ਮਿਲਣ ਵਾਲੇ ਨੇ 4 ਪਹੀਆ ਕੁਰਸੀ ਉੱਪਰ ਬੈਠ ਕੇ ਚੇਲ ਜਾਣਾ ਤਾਂ ਮਨਸਾ ਰਾਮ ਨੇ ਹੱਟ ਤੇਰੀ ਦੀ ਆਖਣ ਦੀ ਵਿਛੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ। ਚਾਰਪਾਈ ਨੂੰ ਧੁੱਪੇ ਰੱਖ ਕੇ ਮੋਟੇ ਨਾਲ ਝਾੜਨਾ ਤੇ ਨਾਲ ਬੁੜਬੁੜਾਈ ਜਾਣਾ। ਆ ਗਏ ਤਾਏ ਮਨਸਾ ਰਾਮ ਦੇ ਵੱਡੇ ਮੁਲਾਕਾਤੀ। ਬਾਹਾਂ ਅਕੜੀਆਂ ਹੋਈਆਂ ਸੀ ਤਾਏ ਮਨਸਾ ਰਾਮ ਦੀਆਂ। ਇਹਨਾਂ ਤੇ ਮਿਲਣ ਬਿਨਾਂ ਬਿਮਾਰੀਆਂ ਦੇ ਕੀਟਾਣੂ ਇੱਥੇ ਝਾੜ ਕੇ ਤੁਰਦੇ ਨੇ। ਯਾਨੀ ਹੁੰਦਾ ਕੀ ਹੈ, ਉਹਨਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਹਰ ਇੱਕ ਚੀਜ਼ 'ਤੇ ਨਾ ਜਿਹੜੇ ਕੀਟਾਣੂ ਨੇ ਅਤੇ ਉਹਨਾਂ ਨਾਲ ਕੋਈ ਹੱਥ ਮਿਲਾਉਂਦਾ ਅਤੇ ਉਹ ਅੱਧਾ ਘੰਟਾ ਸਾਬੁਣ ਨਾਲ ਹੱਥ ਧੋਣ ਲੱਗ ਪੈਂਦੇ। ਸਾਈਕੋਲੋਜੀ 'ਚ ਇਸ ਬਿਮਾਰੀ ਨੂੰ ਅਸੀਂ OCD ਕਹਿੰਦੇ ਹਾਂ, ਯਾਨੀ ਓਬਸੈਸਿਵ ਕੰਪਲਸਿਵ ਡਿਸਆਰਡਰ। ਯਾਨੀ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਓਬਸੈਸਡ ਹੋ ਜਾਂਦੇ ਹੋ। ਅਤੇ ਮਨਸਾ ਰਾਮ ਜਿਹੜਾ ਹੈ ਉਹ ਸਫਾਈ ਨੂੰ ਲੈ ਕੇ, ਕੀਟਾਣੂਆਂ ਨੂੰ ਲੈ ਕੇ ਜਿਹੜਾ ਨਾ ਓਬਸੈਸਡ ਹੋ ਜਾਂਦਾ। ਕੋਈ ਉਹਨਾਂ ਦੀ ਮੰਜੀ 'ਤੇ ਆ ਕੇ ਬੈਠਦਾ ਅਤੇ ਉਹ ਮੰਜੀ ਧੁੱਪ 'ਚ ਰੱਖ ਦਿੰਦੇ। ਕੋਈ ਆ ਕੇ ਉਹਨਾਂ ਦੇ ਬਿਸਤਰ 'ਤੇ ਜਾਂ ਖੇਸ ਵਗੈਰਾ ਨੂੰ ਟੱਚ ਕਰਦਾ ਅਤੇ ਉਹਨੂੰ ਗਰਮ ਪਾਣੀ 'ਚ ਭਿਗੋ ਦਿੰਦੇ। ਅਤੇ ਮਤਲਬ ਜਿਹੜਾ ਹੈ ਉਹ ਉਹਨਾਂ ਨੂੰ ਹਰ ਇੱਕ ਚੀਜ਼ 'ਚ ਜਿਹੜਾ ਹੈ ਕੀਟਾਣੂ ਦੇਖਣ ਲੱਗ ਪਏ ਅਤੇ ਫਿਰ ਉਹ ਲੋਕਾਂ ਨੂੰ ਗਾਲਾਂ ਵੀ ਕੱਢਣੀ ਸ਼ੁਰੂ ਹੋ ਗਏ ਅਤੇ ਲੋਕਾਂ ਤੋਂ ਦੂਰੀ ਵੀ ਬਣਾਉਣੀ ਸ਼ੁਰੂ ਹੋ ਗਏ, ਕਿਉਂਕਿ ਉਹਨਾਂ ਨੂੰ ਹਰ ਇੱਕ ਚੀਜ਼ 'ਚ ਜਿਹੜੇ ਨਾ ਕੀਟਾਣੂ ਦਿਖਣ ਲੱਗ ਪਏ। ਇਸੇ ਤਰ੍ਹਾਂ ਜਰਮਸ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਵਾਉਣਾ, ਧੁੱਪੇ ਸੁਕਾ ਕੇ ਉਹਦੇ ਉੱਪਰ ਕਿਰਮਨਾਸ਼ਕ ਪਾਊਡਰ ਪੁੱਟਦੇ ਫਿਰਨਾ। ਯਾਨੀ ਜੇ ਉਹਨਾਂ ਦੀ ਕੁਰਸੀ 'ਤੇ ਕੋਈ ਬੈਠ ਜਾਏ ਤਾਂ ਪਹਿਲੇ ਉਹ ਗਰਮ ਪਾਣੀ ਨਾਲ ਜਿਹੜਾ ਨਾ ਕੁਰਸੀ ਨੂੰ ਇਸ਼ਨਾਨ ਕਰਾਉਂਦੇ, ਫਿਰ ਧੁੱਪ 'ਚ ਉਹਨੂੰ ਸੁਕਾਉਂਦੇ, ਫਿਰ ਉਸ ਦੇ ਉੱਤੇ ਜਿਹੜਾ ਕੀਟਾਣੂ ਨਾਸ਼ਕ ਪਾਊਡਰ ਜਿਹੜਾ ਉਹ ਪਾ ਦਿੰਦੇ। ਇੰਨਾ ਜ਼ਿਆਦਾ ਜਿਹੜਾ ਉਹਨਾਂ ਨੂੰ ਕੀਟਾਣੂਆਂ ਨਾਲ ਨਾ ਜਿਹੜਾ ਵਹਿਮ ਹੋ ਗਿਆ। ਇੱਕ ਦਿਨ ਤਾਏ ਮਨਸਾ ਰਾਮ ਕੋਲ ਗੁਆਂਢੀਆਂ ਦਾ ਇੱਕ ਜਵਾਕ ਖੇਡ ਰਿਹਾ ਸੀ ਕਿ ਉਹਦਾ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ ਭਤੀਜ ਹੋਵੇਗਾ, ਪਿਆਰ ਨਾਲ ਉਸਦੇ ਮੂੰਹ ਚੁੰਮ ਲਿਆ। ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਕੀਟਾਣੂ ਦਾਖਲ ਹੋ ਗਏ। ਉਸਨੇ ਸਾਬੁਣ ਫੜਿਆ, ਮੁੰਡੇ ਨੂੰ ਕੱਛ ਵਿੱਚ ਨੱਪ ਕੇ ਜਿਉਂ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪਿੱਛੋਂ ਕੁਛ ਨਾ। ਉਹ ਮੁੰਡਾ ਚਿਚਲਾਏ, ਤੜਫਾਏ, ਚੰਗਾਰਾ ਮਾਰੇ, ਪਰ ਤਾਏ ਮਨਸਾ ਰਾਮ ਕੀਟਾਣੂਆਂ ਨੂੰ ਕਿਵੇਂ ਸੁੱਕਿਆ ਜਾਣ ਦਿੰਦਾ। ਉਹਨੇ ਕਰੋੜੇ ਦੇ ਗੱਲਾਂ ਤੇ ਕੰਨਾਂ 'ਚੋਂ ਲੂ ਕੱਢ ਛੱਡਿਆ। ਸੋ ਇੱਕ ਵਾਰ ਦੀ ਗੱਲ ਹੈ, ਮਨਸਾ ਰਾਮ ਦੇ ਜਿਹੜਾ ਵਿਹੜਾ ਹੈ ਉਸ 'ਚ ਗੁਆਂਢੀਆਂ ਯਾਨੀ ਪੜੋਸੀਆਂ ਦਾ ਜਵਾਕ ਯਾਨੀ ਬੱਚਾ, ਪੜੋਸੀਆਂ ਦਾ ਜਿਹੜਾ ਬੱਚਾ ਹੈ ਉਹ ਖੇਡ ਰਿਹਾ ਸੀ। ਅਤੇ ਇੱਕ ਲੰਘਦਾ ਬੰਦੇ ਨੂੰ ਇੰਝ ਲੱਗਦਾ ਕਿ ਇਹ ਸ਼ਾਇਦ ਮਨਸਾ ਰਾਮ ਦਾ
ਪੋਤਾ ਹੋਏਗਾ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਏਗਾ ਤੇ ਉਹ ਪਿਆਰ ਕਰਨ ਵਾਸਤੇ ਉਹਦੇ ਜਿਹੜਾ ਗਾਲ ਹੈ ਉਸ 'ਤੇ ਕਿਸ ਕਰ ਦਿੰਦਾ ਹੈ। ਤੇ ਇਹ ਦੇਖ ਕੇ ਮਨਸਾ ਰਾਮ ਜਿਹੜਾ ਨਾ ਉਹ ਡਰ ਜਾਂਦਾ ਹੈ ਕਿ ਇਸ ਨੂੰ ਤੇ ਹੁਣ ਕੀਟਾਣੂ ਚਮੜ ਗਏ ਨੇ। ਤੇ ਉਹ ਕੀ ਕਰਦਾ ਹੈ, ਉਹ ਗੁਆਂਢੀਆਂ ਦੇ ਬੱਚੇ ਨੂੰ ਗੋਦੀ ਚੁੱਕ ਕੇ ਉਹਦਾ ਮੂੰਹ ਰਗੜ ਕੇ ਧੋਣਾ ਸ਼ੁਰੂ ਕਰ ਦਿੰਦਾ ਹੈ। ਇੰਨੀ ਤੇਜ਼ ਉਹ ਧੋਂਦਾ ਹੈ ਕਿ ਬੱਚਾ ਚੀਕਾਂ ਮਾਰਦਾ ਹੈ, ਚਿল্ਲਾਉਂਦਾ ਹੈ, ਬਟ ਮਨਸਾ ਰਾਮ ਕੀਟਾਣੂਆਂ ਦਾ ਨਾਸ਼ ਕਰਨ 'ਤੇ ਲੱਗਿਆ ਰਹਿੰਦਾ ਹੈ। ਤੇ ਇੰਨੀ ਬੁਰੀ ਹਾਲਤ ਹੁੰਦੀ ਹੈ ਕਿ ਉਹਦੇ ਮੂੰਹ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਇੰਨਾ ਉਹ ਰਗੜ ਕੇ ਧੋ ਦਿੰਦਾ ਹੈ। ਬੱਚੇ ਤੇ ਤਾਏ ਚਾਚੇ ਚੰਗਾਰਾਂ ਸੁਣ ਕੇ ਲਾਠੀਆਂ ਚੁੱਕੀ ਨਸੇ ਆਏ ਤੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਕੀਟਾਣੂ ਨਾਸ਼ਕ ਮੁਹਿੰਮ ਤੋਂ ਬਚਾਇਆ। ਉਹਨਾਂ ਨੂੰ ਤਾਏ ਮਨਸਾ ਰਾਮ ਦੀ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀ ਕਪਾਲ ਕਿਰਿਆ ਕਰਕੇ ਹੀ ਵਾਪਸ ਮੁੜਦੇ। ਯਾਨੀ ਬੱਚੇ ਦੀ ਚੀਕਾਂ ਦੀ ਆਵਾਜ਼ ਸੁਣ ਕੇ ਜਿਹੜੇ ਆਸ-ਪਾਸ ਦੇ ਲੋਕ ਨੇ ਨਾ, ਉਹ ਜਿਹੜੇ ਡੰਡੇ ਵਗੈਰਾ ਲੈ ਕੇ ਆ ਜਾਂਦੇ ਨੇ ਕਿ ਬਈ ਕੋਈ ਪ੍ਰੋਬਲਮ ਹੋ ਗਈ ਹੈ, ਬੱਚਾ ਕਿਉਂ ਰੋ ਰਿਹਾ, ਚੀਕ ਰਿਹਾ ਹੈ। ਬਟ ਉਹ ਜਦ ਦੇਖਦੇ ਨੇ ਕਿ ਮਨਸਾ ਰਾਮ ਇਹੋ ਜਿਹੀਆਂ ਮਤਲਬ ਉਹਦਾ ਮੂੰਹ ਧੋ ਰਿਹਾ, ਜੇ ਉਹਨਾਂ ਨੂੰ ਇਹ ਗੱਲ ਨਾ ਪਤਾ ਹੁੰਦੀ ਤਾਂ ਮਨਸਾ ਰਾਮ ਦਾ ਉਸ ਦਿਨ ਕੁਟਾਪਾ ਚੜ੍ਹ ਜਾਂਦਾ। ਬਟ ਫਿਰ ਉਹ ਬੱਚੇ ਨੂੰ ਉੱਥੋਂ ਲੈ ਕੇ ਚਲੇ ਜਾਂਦੇ ਨੇ। ਤਾਇਆ ਕਈ ਦਿਨ ਇਹ ਰਿਗਾਰਡ ਕਰਦਾ ਰਿਹਾ, ਵੇਖੋ ਜੀ ਅੱਜ ਕੱਲ੍ਹ ਪੱਲੇ ਦਾ ਜ਼ਮਾਨਾ ਨਹੀਂ, ਨਾਲੇ ਕਿਸੇ ਦੇ ਜਵਾਕ ਨੂੰ ਜਰਮਸ ਤੋਂ ਬਚਾਓ, ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ। ਯਾਨੀ ਮਨਸਾ ਰਾਮ ਨੂੰ ਇਹ ਬੜੀ ਗੱਲ ਚੁੱਭਦੀ ਹੈ ਕਿ ਬਈ ਉਹ ਤਾਂ ਬੱਚਿਆਂ ਨੂੰ ਜਰਮਸ ਤੋਂ ਬਚਾ ਰਿਹਾ ਸੀ, ਉਹਦਾ ਪਿਓ ਲਾਠੀ ਲੈ ਕੇ ਕਿਉਂ ਆ ਗਿਆ। ਤੇ ਉਹ ਲੋਕਾਂ ਨੂੰ ਦੱਸਦਾ ਕਿ ਬਈ ਭਲਾਈ ਦਾ ਤਾਂ ਕੋਈ ਜ਼ਮਾਨਾ ਹੀ ਨਹੀਂ ਹੈ। ਇਸ ਵਾਕਿਆ ਨਾਲ ਕੀਟਾਣੂਆਂ ਦਾ ਵਹਿਮ ਕੁਛ ਮੁੱਠ ਪੈ ਗਿਆ, ਪਰ ਨਵੇਂ ਵਹਿਮ ਲਾਉਣ 'ਤੇ ਤਜਰਬੇਕਾਰ ਨੂੰ ਰੁਕਦੇ ਨੇ। ਯਾਨੀ ਇਸ ਹਾਦਸੇ ਤੋਂ ਬਾਅਦ ਉਹਨਾਂ ਦਾ ਜਿਹੜਾ ਕੀਟਾਣੂਆਂ ਦਾ ਵਹਿਮ ਹੈ ਉਹ ਤਾਂ ਥੋੜ੍ਹਾ ਘੱਟ ਹੋ ਜਾਂਦਾ ਹੈ, ਬਟ ਇੱਕ ਨया ਵਹਿਮ ਜਿਹੜਾ ਉਹ ਪਾਲ ਲੈਂਦੇ ਨੇ। ਇੱਕ ਦਿਨ ਕਿਸ਼ਨੇ ਹਲਵਾਈ ਦੀ ਹੱਟੀ 'ਤੇ ਚਾਹ ਪੀਤੇ ਪਿਆ ਤਾਇਆ ਸੀ ਮਨਸਾ ਰਾਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛਲ ਦੇ ਟਿਕ ਗਿਆ। ਉਹ ਚਾਉ ਕਰਦਾ ਨੱਸਿਆ ਤੇ ਜਰਾ ਹਟਵਾਂ ਜਾ ਭੌਂਕਣ ਲੱਗ ਪਿਆ। ਤਾਏ ਮਨਸਾ ਰਾਮ ਨੇ ਆਪਣਾ ਪੈਰ ਫੜ ਕੇ ਰੋਲਾ ਚੁੱਕ ਲਿਆ। ਲੋ ਕਰ ਗਿਆ ਕਿ ਜੇਕਾਰਾ। ਕਿਸ਼ਨ ਕਹਿਣ ਲੱਗਾ, ਪਾਇਆ ਮਨਸਾ ਰਾਮ, ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ। ਤਾਇਆ ਬੋਲਿਆ, ਵਾਹ ਕਿਸ਼ਨਿਆ ਵਾਹ, ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦਾਂ ਭਾਵੇਂ ਨਹੀਂ ਲਾਈਆਂ ਪਰ ਕਾਰਾ ਤਾਂ ਕਰ ਗਿਆ ਨਾ। ਅੱਜ ਕੱਲ੍ਹ ਦੇ ਕੁੱਤੇ ਤਾਂ ਦੰਦ ਲਾਏ ਬਗੈਰ ਵੜ ਜਾਂਦੇ ਨੇ। ਇਸ ਜੌਨਰ ਦੀ ਤਾਂ ਹਵਾੜ ਵੀ ਮਾੜੀ ਹੈ। ਸੋ ਇੱਕ ਦਿਨ ਕੀ ਹੁੰਦਾ, ਤਾਇਆ ਜਿਹੜਾ ਨਾ ਉਹ ਹੱਟੀ 'ਤੇ ਬਹਿ ਕੇ ਚਾਏ ਸਮੋਸੇ ਛਕ ਰਿਹਾ ਹੁੰਦਾ ਅਤੇ ਗਲਤੀ ਨਾਲ ਉਹ ਇੱਕ ਕੁੱਤੇ ਦੀ ਜਿਹੜੀ ਹੈ ਨਾ ਪੂਛ ਉੱਤੇ ਪੈਰ ਰੱਖ ਦਿੰਦਾ ਹੈ ਅਤੇ ਕੁੱਤਾ ਜਿਹੜਾ ਉਹ ਚੀਕਾਂ ਮਾਰ ਕੇ ਭੌਂਕਣ ਲੱਗ ਪੈਂਦਾ ਹੈ। ਹਾਲਾਂਕਿ ਕੁੱਤਾ ਜਿਹੜਾ ਨਹੀਂ ਕੱਟਦਾ ਅਤੇ ਆਸ-ਪਾਸ ਦੇ ਲੋਕ ਵੀ ਕਹਿੰਦੇ ਨੇ ਕਿ ਤੂੰ ਇੰਨਾ ਸ਼ੋਰ ਕਿਉਂ ਮਚਾ ਰਿਹਾ, ਕੁੱਤੇ ਨੇ ਤੈਨੂੰ ਕੱਟਿਆ ਥੋੜ੍ਹੀ ਨਾ। ਬਟ ਫਿਰ ਵੀ ਉਹਨੂੰ ਵਹਿਮ ਹੋ ਜਾਂਦਾ ਹੈ ਕਿ ਸਾਰੇ ਹੀ ਕੁੱਤੇ ਉਹਦੇ ਪਿੱਛੇ ਪਏ ਹੋਏ ਨੇ। ਮਨਸਾ ਰਾਮ 14 ਟੀਕੇ ਵੱਖੀ ਵਿੱਚ ਲਵਾਏ ਅਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ। ਯਾਨੀ ਕਿ ਉਹਨੇ 14 ਟੀਕੇ ਲਗਵਾ ਲਏ, ਹਾਲਾਂਕਿ ਕੁੱਤੇ ਨੇ ਕੱਟਿਆ ਨਹੀਂ ਸੀ ਫਿਰ ਵੀ। ਅਤੇ ਹਰ ਕੁੱਤੇ ਨੂੰ ਦੇਖ ਕੇ ਉਹਨੂੰ ਵਹਿਮ ਹੋਣ ਲੱਗ ਪਿਆ ਕਿ ਬਈ ਇਹ ਸਾਰੇ ਕੁੱਤੇ ਉਹਦੇ ਪਿੱਛੇ ਪਏ ਹੋਏ ਨੇ। ਇਸ ਲਈ ਕਈ ਸਾਲ ਪਰ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੇ ਪਿਆ ਨਹੀਂ ਅਤੇ ਤਾਇਆ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹੈਰਾਨ ਚੌਕੜੀਆਂ ਭਰੀਆਂ ਨਹੀਂ। ਯਾਨੀ ਕਿ ਕਿੰਨੇ ਸਾਲ ਤੱਕ ਇੰਝ ਚੱਲਦਾ ਰਿਹਾ। ਜੇ ਤਾਇਆ ਮਨਸਾ ਰਾਮ ਕਿਸੇ ਕੁੱਤੇ ਦਾ ਬੱਚਾ ਵੀ ਦੇਖਦਾ, ਉਹ ਦੇਖ ਕੇ ਵੀ ਉੱਥੋਂ ਗਾਇਬ ਹੋ ਜਾਂਦਾ। ਉਹਨੂੰ ਇਹਨਾਂ ਕੁੱਤਿਆਂ ਕੋਲੋਂ ਜਿਹੜਾ ਨਾ ਉਹ ਖੌਫ ਹੋ ਗਿਆ। ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਹ ਵਹਿਮ ਨੇ ਅੱਜ ਵਿਛੋੜਾ ਦਿੱਤਾ ਕਿ ਨਹੀਂ, ਪਰ ਕੁਝ ਮਹੀਨੇ ਹੋਏ ਉਹਨੇ ਅੱਧੀ ਰਾਤੀ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੂਹਾ ਆ ਖੜਕਾਇਆ, ਛੇਤੀ ਚਾਰਾ ਕਰ ਲਓ ਨਹੀਂ ਤਾਂ ਮਨਸਾ ਰਾਮ ਤਾਂ ਗਿਆ। ਮੈਂ ਡਰ ਗਿਆ, ਕਿਉਂ ਸੁੱਖ ਤਾਂ ਹੈ। ਸੁੱਖ ਹੁੰਦਾ ਤਾਂ ਮੈਂ ਅੱਧੀ ਰਾਤੀ ਤੇਰੇ ਕੋਲ ਦੋਧੇ ਪੜਾਉਣ ਆਉਣਾ ਸੀ। ਆਹ ਦੇਖੋ ਗੋਡੇ ਦੀ ਚੱਪੜੀ। ਕੀ ਹੋਇਆ ਤਾਇਆ, ਖਾਸ ਗੱਲ ਤਾਂ ਮੈਨੂੰ ਜਾਪਦੀ ਨਹੀਂ। ਤਾਏ ਨੇ ਨਿਹੋਰੇ ਨਾਲ ਉੱਤਰ ਮੋੜਿਆ, ਖਾਸ ਗੱਲ ਕਿਉਂ ਨਹੀਂ, ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਤ ਪਈ ਸੀ। ਜੇ ਟੀਕਾ ਨਾ ਲਗਾਇਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾ ਰਾਮ ਬੈਨ ਸਮਝ ਲੈ। ਮੈਨੂੰ ਬੂਹੇ ਖੜਕਾਏ ਬੇਹੋਰਿਆਂ ਵਾਂਗ ਮਹੀਨਾ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲ੍ਹੇ।
ਆਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ। ਉਹਨੇ ਗੋਡੇ 'ਤੇ ਝਰੀਟ ਵੇਖੀ ਤੇ ਤਾਏ ਮਨਸਾ ਰਾਮ ਨੂੰ ਵੇਖਿਆ ਸੁਣੀ। ਇੱਕ ਮਿੰਨੀ ਜਿਹੀ ਮੁਸਕਣੀ ਨਾਲ ਉਹਨੇ ਸੂਆ ਤੱਤਾ ਕਰਕੇ ਖੁਬਾ ਦਿੱਤਾ। ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦਾ ਮਿਲਾ ਕੇ 60 ਰੁਪਏ ਰਖਵਾ ਲਵੇ ਤਾਂ ਪਿੱਛਾ ਮੁੜਨ ਦਿੱਤਾ। ਸੋ ਇੱਕ ਵਾਰ ਕੀ ਹੁੰਦਾ ਹੈ, ਕੁੱਤਿਆਂ ਦਾ ਵਹਿਮ ਤਾਂ ਨਹੀਂ ਜਾਂਦਾ ਮਨਸਾ ਰਾਮ ਨੂੰ, ਬਟ ਇੱਕ ਦਿਨ ਉਹ ਜਿਹੜਾ ਨਾ ਰਾਈਟਰ ਦੇ ਦਰਵਾਜ਼ੇ 'ਤੇ ਆ ਕੇ ਬੂਹਾ ਖੜਕਾਉਂਦਾ ਅੱਧੀ ਰਾਤੀ। ਅਤੇ ਜਿਹੜਾ ਸਾਡਾ ਰਾਈਟਰ ਹੈ ਉਹ ਬੜੇ ਡਰ ਕੇ ਉੱਠ ਜਾਂਦਾ ਵੀ ਤਾਇਆ ਕੀ ਹੋਇਆ। ਅਤੇ ਉਹ ਕਹਿੰਦਾ ਕਿ ਮੈਂ ਨਾ ਜਿਹੜਾ ਗਿਰ ਗਿਆ ਅਤੇ ਮੇਰੇ 'ਤੇ ਗੋਬਰ ਲੱਗ ਗਈ ਹੈ ਅਤੇ ਮੈਨੂੰ ਟੈਟਨਸ ਦਾ ਟੀਕਾ ਲਗਵਾਉਣਾ ਹੈ। ਅਤੇ ਰਾਈਟਰ ਕਹਿੰਦਾ ਕੋਈ ਗੱਲ ਨਹੀਂ, ਸਵੇਰੇ ਲਗਵਾ ਲਾਂਗੇ। ਉਹ ਕਹਿੰਦਾ ਨਹੀਂ, ਸਵੇਰ ਤੱਕ ਤਾਂ ਮੇਰੇ ਸਰੀਰ 'ਚ ਜ਼ਹਿਰ ਫੈਲ ਜਾਏਗਾ ਅਤੇ ਮੈਂ ਹੁਣੇ ਟੀਕਾ ਲਗਵਾਉਣਾ ਹੈ। ਅਤੇ ਅੱਧੀ ਰਾਤੀ ਜਿਹੜਾ ਰਾਈਟਰ ਹੈ ਉਹ ਮਨਸਾ ਰਾਮ ਨੂੰ ਲੈ ਕੇ ਜਿਹੜਾ ਨਾ ਘਰ ਡਾਕਟਰਾਂ ਕੋਲ ਜਾਂਦਾ ਅਤੇ ਅੱਧੀ ਰਾਤੀ ਕੋਈ ਵੀ ਡਾਕਟਰ ਜਿਹੜਾ ਦਰਵਾਜ਼ਾ ਨਹੀਂ ਖੋਲ੍ਹਦਾ। ਹਾਰ ਕੇ ਇੱਕ ਡਾਕਟਰ ਜਿਹੜਾ ਹੈ ਉਹ ਦਰਵਾਜ਼ਾ ਖੋਲ੍ਹਦਾ ਹੈ ਅਤੇ ਉਹ ਦੇਖਦਾ ਕਿ ਤਾਏ ਮਨਸੇ ਰਾਮ ਦੇ ਗੋਡੇ 'ਤੇ ਜ਼ਰਾ ਜਿਹੀ ਝਰੀਟ ਲੱਗੀ ਹੈ। ਹਾਲਾਂਕਿ ਉਹ ਟੈਟਨਸ ਦਾ ਇੰਜੈਕਸ਼ਨ ਤਾਂ ਲਗਾਉਂਦਾ, ਬਟ ਉਹਨੂੰ ਹੱਸੀ ਵੀ ਆਉਂਦੀ ਹੈ ਅਤੇ ਉਹ 60 ਰੁਪਏ ਲੈਂਦਾ ਰਾਤ ਦੇ ਵਿਜ਼ਿਟਿੰਗ ਚਾਰਜ ਦੇ, ਇਲਾਜ ਦੇ ਅਤੇ ਦਵਾਈ ਦੇ। ਤਾਏ ਮਨਸੇ ਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ ਮੋਟੇ ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ। ਜੇ ਕਿਸੇ ਦਿਨ ਸੁਣ ਲਈ ਤਾਂ ਅਖਬਾਰ ਵਿੱਚ ਪੜ੍ਹ ਲਈ ਕਿ ਫਲਾਣੇ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲ ਭੀੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ, ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ, ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗਿਓ ਮਿਲਿਆ ਜੇ, ਨਾ ਜਾਓ, ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ। ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਧਰੇ ਵੀ ਹੋਵੇ, ਉਹਦੇ ਨਿਕਟ ਵਰਤਿਆਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫਟੂਕ ਜ਼ਰੂਰ ਹੋਈ ਹੋਵੇਗੀ। ਯਾਨੀ ਇਹਨਾਂ ਤੋਂ ਇਲਾਵਾ ਉਹਨਾਂ ਦੇ ਛੋਟੇ ਛੋਟੇ ਵਹਿਮ ਜਿਹੜੇ ਚੱਲਦੇ ਰਹਿੰਦੇ ਸੀ। ਜੇ ਕਿਤੇ ਹੋਈ ਨਾ ਅਖਬਾਰ 'ਚ ਪੜ੍ਹ ਲੈਣ ਕਿ ਪਲੇਨ ਕਰੈਸ਼ ਹੋ ਗਿਆ ਹੈ ਜਾਂ ਕੋਈ ਟੱਕਰ ਹੋ ਗਈ ਹੈ, ਅਤੇ ਉਹ ਫਿਰ ਕਹਿਣ ਲੱਗ ਪੈਂਦਾ ਸੀ ਮੈਂ ਕਿਹਾ ਸੀ ਨਾ ਰੇਲ ਗੱਡੀ 'ਤੇ ਨਾ ਜਾਓ, ਦੇਖੋ ਰੇਲ ਪਟਰੀ ਤੋਂ ਉਤਰ ਗਈ, ਇੰਨੇ ਲੋਕ ਮਰ ਗਏ, ਦਿਸ ਐਂਡ ਦੈਟ। ਉਹ ਸਰੀਰ ਦਾ ਤਕੜਾ ਹੈ, ਉਹਨੂੰ ਜਹਾਰ ਕੋਈ ਰੋਗ ਨਹੀਂ, ਸੰਤਾਪ ਨਹੀਂ, ਜ਼ਮੀਨ ਹੈ, ਮਕਾਨ ਹੈ, ਭਰਾ ਹਨ, ਉਹਨਾਂ ਦੇ ਪੁੱਤਰ ਪੋਤਰੇ ਤਾਏ ਦੀ ਅਗਿਆਰੀ ਹਨ। ਪਰ ਜਦੋਂ ਪੁੱਛੀਏ ਤਾਏ ਮਨਸਾ ਰਾਮ ਦਾ ਕੀ ਹਾਲ ਹੈ ਤਾਂ ਉਹ ਇੱਕੋ ਸਾਹ ਕਹੀ ਜਾਣ, ਪੁੱਛ ਕਿਛ ਨਾ, ਮੰਦੇ ਹਾਲ ਤੇ ਬੌਕੇ ਦਿਹਾੜੇ, ਨਾ ਗਰਮ ਚੀਜ਼ ਪਚਦੀ ਹੈ ਨਾ ਬਣਦੀ ਹੈ, ਢਿੱਡ ਵਿੱਚ ਆਫਰਾ ਨਹੀਂ ਹਟਦਾ, ਸਿਰ ਨੂੰ ਚੱਕਰ ਆਉਂਦੇ ਨੇ, ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ, ਅੱਖੀਆਂ 'ਚੋਂ ਸੇਕ ਨਿਕਲਦਾ ਹੈ, ਸਾਹ ਨਾਲ ਸਾਹ ਨਹੀਂ ਰਲਦਾ, ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਟਾਲ ਛੱਡਿਆ ਹੋਏ। ਦੁਰਸਤੇ ਵਾਲੀ ਕਿੱਕਰ ਦੇ ਪਿਛਲੇ ਮਹੀਨੇ ਰੋਜ਼ ਮੱਲੀਆਂ ਬੁੱਧੀਆਂ, ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ। ਮਾਝਾ ਫਿਰ ਦੁੱਧ ਨਹੀਂ ਲਾਉਂਦੀ ਤੇ ਸੱਚੀ ਪੁੱਛੋ ਤਾਂ ਹਾਲ ਉਹ ਮਾੜਾ ਵੀ ਨਹੀਂ, ਪਰ ਚੰਗਾ ਵੀ ਕੀ ਆਖਾਂ। ਪਰਸੋਂ ਸੰਦੌੜ ਤਿਲ ਝੋਲੀ ਮੂੰਗੀ ਮਸਰਾਂ ਤੇ ਚਾਕੂ ਦਾ ਟੂਣਾ ਕੀਤਾ। ਭਾਈ ਪਿੰਡ ਤੋਂ ਪਾਲ ਟਲੇ, ਪਰ ਹੋਇਆ ਪਤਾ ਕੀ, ਟੂਣੇ ਲਾਗਿਓ ਇੱਕ ਹਾਲੀ ਲੰਘਿਆ, ਉਹਨੇ ਸੰਦੂਰ ਬਲਦਾਂ ਦੇ ਸਿੰਗਾਂ 'ਤੇ ਮਲ ਦਿੱਤਾ, ਦਾਲਾਂ ਦਾ ਫੱਕਾ ਮਾਰ ਲਿਆ, ਚਾਕੂ ਨੂੰ ਚਾਦਰ ਦੀ ਕੰਨੀ ਨਾ ਪੁੱਜ ਕੇ ਪੋਜੇ ਵਿੱਚ। ਇਹ ਆਖਦਿਆਂ ਪਿਆ ਲਿਆ ਕਿ ਚੱਲੇ ਇਹਦੇ ਨਾਲ ਖਰਬੂਜੇ ਚੀਰੀਆਂ ਕਰਾਂਗੇ। ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮ ਵਹਿਮ ਕਰੇ ਕਿ ਨਾ। ਸੋ ਕਹਿਣ ਦਾ ਇਹ ਭਾਵ ਹੈ ਕਿ ਮਨਸਾ ਰਾਮ ਦੇ ਕੋਲ ਜ਼ਮੀਨ ਸੀ, ਜਾਇਦਾਦ ਸੀ, ਫਸਲਾਂ ਸਨ, ਸਭ ਕੁਛ ਸੀ, ਉਹਦੇ ਭਰਾ ਸੀ, ਪੋਤਰੇ ਸੀ, ਬਟ ਉਹਨੂੰ ਇੰਨੇ ਵਹਿਮ ਸੀ ਕਿ ਫਿਰ ਵੀ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੁਖਦ ਤਰੀਕੇ ਨਾਲ ਨਹੀਂ ਬਤੀਤ ਸੀ ਕਰ ਪਾ ਰਿਹਾ। 1 ਮਹੀਨੇ ਪਹਿਲੇ ਦੀ ਗੱਲ ਹੈ। ਤਾਏ ਮਨਸੇ ਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ।
ਇਸ 'ਤੇ ਤਾਏ ਮਨਸਾ ਰਾਮ ਨੂੰ ਵਹਿਮ ਚੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕੀ ਹੋਇਆ। ਮੇਰੇ ਕੋਲ ਆਇਆ, ਮੰਜੀ ਵੱਖੀ ਤੇ ਹੱਥ ਨਾਲ ਕੁੱਟਦਾ ਹੋਇਆ ਕਹੀ ਜਾਏ, ਦਿਲ ਧੜਕਣਾ ਨਹੀਂ ਜਾਪਦਾ। ਯਾਨੀ ਉਹਨਾਂ ਨੇ ਇੱਕ ਦਿਨ ਕਿਸੇ ਨੂੰ ਗੱਲ ਕਰਦੇ ਹੋਏ ਸੁਣ ਲਿਆ ਕਿ ਬਈ ਕਿਸੇ ਦਾ ਨਾ ਦਿਲ ਧੜਕਣਾ, ਹਾਰਟ ਫੇਲ ਹੋ ਗਿਆ ਅਤੇ ਉਸ ਬੰਦੇ ਦੀ ਜਿਹੜੀ ਹੈ ਨਾ ਡੈਥ ਹੋ ਗਈ। ਅਤੇ ਇਹ ਸੁਣ ਕੇ ਉਹਨਾਂ ਨੂੰ ਵਹਿਮ ਹੋ ਗਿਆ ਕਿ ਉਹਨਾਂ ਦਾ ਵੀ ਦਿਲ ਨਹੀਂ ਧੜਕ ਰਿਹਾ। ਅਤੇ ਉਹ ਰਾਈਟਰ ਕੋਲ ਆਏ, ਆਪਣੇ ਦਿਲ 'ਤੇ ਹੱਥ ਰੱਖ ਕੇ ਬੋਲ ਰਹੇ, ਮੈਨੂੰ ਇੰਝ ਲੱਗ ਰਿਹਾ ਮੇਰਾ ਦਿਲ ਨਹੀਂ ਧੜਕ ਰਿਹਾ, ਮੇਰਾ ਹੁਣ ਜਾਣ ਦਾ ਸਮਾਂ ਹੋ ਗਿਆ। ਮੇਰਾ ਹਾਸਾ ਨਿਕਲ ਗਿਆ। ਤਾਏ ਮਨਸੇ ਰਾਮ ਦਾ ਦਿਲ ਤਾਂ ਦੂਜੇ ਪਾਸੇ ਹੁੰਦਾ ਹੈ, ਸੱਜੇ ਪਾਸੇ ਕਿਵੇਂ ਪਕੜੇ? ਫਿਰ ਤਾਏ ਦਿਲ ਪਕੜਨ ਬਿਨਾਂ ਤਾਂ ਕੋਈ ਸ਼ਾਇਰ ਜਿਉਂਦਾ ਰਹਿ ਸਕਦਾ। ਤਾਏ ਮਨਸੇ ਰਾਮ ਨਹੀਂ, ਦਿਲ ਤਾਂ ਉਹ ਕੜੀ ਹੈ ਕਿ ਟਕ ਟਕ ਹੱਟੀ ਦੇ ਟੱਕੇ ਦੀ ਮੂਲ ਦੀ ਨਹੀਂ। ਯਾਨੀ ਕਿ ਉਹ ਰਾਈਟਰ ਜਿਹੜਾ ਉਹ ਹੱਸਣ ਲੱਗ ਪਿਆ ਕਿ ਦਿਲ ਕਿਸੇ ਹੋਰ ਪਾਸੇ, ਹੱਥ ਤੁਸੀਂ ਕਿਸੇ ਹੋਰ ਪਾਸੇ ਰੱਖਿਆ ਹੈ ਅਤੇ ਇੰਝ ਹਾਰਟ ਫੇਲ ਨਹੀਂ ਹੁੰਦਾ ਜਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਹੋ। ਤਾਇਆ ਮਨਸਾ ਰਾਮ ਨੂੰ ਕੁਝ ਪਰਵਾਸ ਆਇਆ ਤਾਂ ਸਹੀ, ਪਰ ਫਿਰ ਵੀ ਕਹਿਣ ਲੱਗਾ, ਮੈਂ ਕਿਹਾ ਐਦਾਂ ਕੋਈ ਪਤਾ ਨਹੀਂ, ਅੱਜ ਨਹੀਂ ਧੜਕਣੋਂ ਹਟਿਆ ਤਾਂ ਕੱਲ੍ਹ ਹਟ ਜਾਏ। ਕਿਧਰੇ ਮੈਨੂੰ ਸ਼ਾਇਰ ਲੈ ਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਿਆਈਏ ਤਾਂ ਚੰਗਾ ਕਰੇ। ਯਾਨੀ ਉਹ ਕਹਿੰਦਾ ਹੈ ਕਿ ਮੈਨੂੰ ਨਾ ਇਹਦੀ ਗਰੰਟੀ ਨਹੀਂ ਹੈ ਕਿ ਜਿਹੜਾ ਮੇਰਾ ਦਿਲ ਹੈ ਨਾ ਉਹ ਧੜਕਣਾ ਕਿਸੇ ਵੀ ਦਿਨ ਬੰਦ ਹੋ ਸਕਦਾ, ਅਤੇ ਮੈਂ ਜਿਹੜਾ ਨਾ ਉਹ ਸੋਚ ਰਿਹਾ ਕਿ ਸ਼ਹਿਰ ਜਾ ਕੇ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਾਂ। ਇਹ ਉਹ ਵਹਿਮੀ ਤਾਇਆ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਸੀ ਉਹ ਲੱਗ ਜਾਂਦੀ ਸੀ। ਯਾਨੀ ਜਿਹੜੀ ਬਿਮਾਰੀ ਜਿਹੜੀ ਉਹ ਚਰਚਾ ਵਿੱਚ ਵੀ ਨਹੀਂ ਹੈ ਉਹ ਪਹਿਲੇ ਹੀ ਮਨਸਾ ਰਾਮ ਨੂੰ ਜਿਹੜੀ ਹੈ ਨਾ ਹੋ ਜਾਂਦੀ ਹੈ। ਕੁਝ ਮਹੀਨੇ ਪਹਿਲੇ ਦੀ ਗੱਲ ਹੈ, ਮੈਂ ਤਾਏ ਮਨਸਾ ਰਾਮ ਨੂੰ ਨਾਲ ਲੈ ਕੇ ਇੱਕ ਚਾੜ ਚੁਪਾੜ ਕਰਨ ਵਾਲੇ ਕੋਲ ਚਲਿਆ ਗਿਆ। ਮੈਂ ਨਹੀਂ ਸਾ ਚਾਹੁੰਦਾ, ਪਰ ਤਾਇਆ ਖੇੜੇ ਪੈ ਗਿਆ ਤਾਂ ਮੇਰੀ ਵਾਹ ਨਾ ਗਈ। ਯਾਨੀ ਇੱਕ ਦਿਨ ਰਾਈਟਰ ਜਿਹੜਾ ਨਾ ਜ਼ਬਰਦਸਤੀ ਤਾਏ ਨਾਲ ਕਿਤੇ ਜਾਂਦਾ ਹੈ ਅਤੇ ਰਾਈਟਰ ਦਾ ਜਿਹੜਾ ਹੈ ਉਹ ਮਨ ਨਹੀਂ ਹੁੰਦਾ ਜਾਣ ਦਾ, ਬਟ ਉਹ ਮਨਾ ਨਹੀਂ ਕਰ ਪਾਉਂਦਾ। ਮੈਂ ਨਹੀਂ ਸਾ ਚਾਹੁੰਦਾ, ਪਰ ਤਾਇਆ ਖੇੜੇ ਪੈ ਗਿਆ ਤਾਂ ਮੇਰੀ ਵਾਹ ਨਾ ਗਈ। ਉੱਥੇ ਪੁੱਜੀ ਤਾਂ ਮਾਂਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵੱਲ ਇਸ਼ਾਰਾ ਕਰਕੇ ਕਿਹਾ, ਲਓ ਭਈ ਤੁਸੀਂ ਤਾਂ ਵੇਖਦੇ ਹੋ, ਪਰ ਇਸ ਆਦਮੀ ਦਾ ਸਿਰ ਹੈ ਨਹੀਂ। ਕਿਉਂ ਭਾਈ, ਆਪ ਹੀ ਦੱਸ, ਤੇਰਾ ਸਿਰ ਹੈ ਕਿ ਨਹੀਂ? ਮਨਸਾ ਰਾਮ ਨੇ ਇਹ ਸੁਣ ਕੇ ਆਖਿਆ ਮਿੱਟੀਆਂ ਤੇ ਬੋਲਿਆ, ਠੀਕ ਹੈ ਮਹਾਰਾਜ, ਮੇਰਾ ਸਿਰ ਹੈ ਨਹੀਂ। ਮੈਨੂੰ ਬੜਾ ਗੁੱਸਾ ਆਇਆ। ਮੈਂ ਕੜਕਿਆ, ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਹਦੇ ਉੱਪਰ ਬੰਦੀ ਹੈ? ਬੜੀ ਮੁਸ਼ਕਿਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ, ਪਰ ਧਰਮੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ। ਮੇਰੇ ਕੋਲ ਨੀਵੇਂ ਲੋਕ ਲੱਕ ਆਇਆ, ਆਖਿਆ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ ਪੂਲ ਸੇਕੇ ਹੋਏ। ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ, ਛੇਤੀ ਕਰੋ, ਮੈਨੂੰ ਕਿਧਰੇ ਲੈ ਚੱਲੋ। ਮੈਂ ਕਿਹਾ, ਕਿਉਂ ਤਾਇਆ ਜੀ, ਸੁੱਖ ਤਾਂ ਹੈ? ਤਾਏ ਨੇ ਪੜਤੜੀ ਹੋਈ ਆਵਾਜ਼ ਆਖਿਆ, ਮੇਰੀ ਜਾਨ ਨੂੰ ਖਤਰਾ ਹੈ। ਅੱਜ ਸ਼ਾਮ ਤੱਕ ਮੈਨੂੰ ਲਾਮ-ਚਾਮ ਨਾ ਕੀਤਾ ਗਿਆ ਤਾਂ ਸਮਝ ਜਾਓ ਮੈਂ ਨਹੀਂ। ਇਹ ਆਖਦਿਆਂ ਤਾਏ ਮਨਸਾ ਰਾਮ ਦੀਆਂ ਡੁੱਬਾਂ ਨਿਕਲ ਗਈਆਂ। ਉੜ ਕੇ ਗੱਲ ਕੀ ਹੈ ਤਾਇਆ? ਗੱਲ ਕੀ ਹੈ? ਸ਼ਿੰਗੋਰੋ ਹੁਰਾਂ ਨੇ ਕੱਲ੍ਹ ਦੀ ਮਾਰਖੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਨਹੀਂ ਵੇਖੀ ਤੂੰ? ਉਹਦੇ ਸਿੰਗਾਂ ਨਾਲ ਛੂਈਆਂ ਬੰਨ੍ਹ ਛੱਡੀਆਂ ਤੇ ਮੇਰਾ ਵੈਰਿਆ ਨਹੀਂ। ਮੈਂ ਬੇਖਾਬ ਮੱਥਾ ਮਾਰਿਆ ਬਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ, ਪਰ ਤਾਏ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ। ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਹੋਣਾ ਹਟਾਈਏ। ਰਾਈਟਰ ਜਿਹੜਾ ਹੈ ਦੂਜੀ ਜਗ੍ਹਾ ਜਾਂਦਾ ਹੈ, ਉੱਥੇ ਉਹਨੂੰ ਇੱਕ ਬੰਦਾ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਮਨਸਾ ਰਾਮ ਨੂੰ ਅਤੇ ਕਹਿੰਦਾ ਤੇਰਾ ਸਿਰ ਨਹੀਂ ਹੈ, ਅਤੇ ਉਹ ਮਨਸਾ ਰਾਮ ਮੰਨ ਲੈਂਦਾ ਕਿ ਹਾਂ ਮੇਰਾ ਸਿਰ ਨਹੀਂ ਹੈ। ਅਤੇ ਜਿਹੜਾ ਰਾਈਟਰ ਹੈ ਉਹਨੂੰ ਜਿਹੜਾ ਨਾ ਬੜਾ ਗੁੱਸਾ ਚੜ੍ਹਦਾ ਹੈ ਕਿ ਬਈ ਜੇ ਤੇਰਾ ਸਿਰ ਨਹੀਂ ਹੈ ਅਤੇ ਤੂੰ ਪੱਗ ਕਿਸ 'ਤੇ ਬੰਨੀ ਹੋਈ ਹੈ। ਬੜੀ ਮੁਸ਼ਕਿਲ ਨਾਲ ਉਹ ਤਾਏ ਨੂੰ ਵਾਪਿਸ ਘਰ ਲੈ ਕੇ ਆਉਂਦਾ, ਕਿਉਂਕਿ ਲੋਕ ਵੀ ਉਹਨੂੰ ਹੁਣ ਬੇਵਕੂਫ ਬਣਾਉਣ ਲੱਗ ਪਏ ਨੇ, ਕਿਉਂਕਿ ਉਹ ਵਹਿਮਾਂ ਭਰਮਾਂ ਦਾ ਸ਼ਿਕਾਰ ਹੈ। ਇੱਕ ਦਿਨ ਉਹ ਦੁਬਾਰਾ ਰਾਈਟਰ ਕੋਲ ਆਉਂਦਾ ਅਤੇ ਕਹਿੰਦਾ ਕਿ ਪੜੋਸੀਆਂ ਨੇ ਜਿਹੜੀ ਬੱਕਰੀ ਹੈ ਨਾ ਮੇਰੇ ਮਗਰ ਲਾਈ ਹੋਈ ਹੈ, ਅਤੇ ਜਿਹੜਾ ਨਾ ਉਹਦੇ ਸਿੰਗ ਹੈ ਉਹ ਸਿੰਗ ਮੈਨੂੰ ਮਾਰੇਗੀ ਅਤੇ ਮੈਂ ਮਰ ਜਾਵਾਂਗਾ। ਅਤੇ ਇੱਥੇ ਹੀ ਰਾਈਟਰ ਜਿਹੜਾ ਉਹ ਪਰੇਸ਼ਾਨ ਹੋ ਜਾਂਦਾ ਹੈ
ਤੇ ਐਸੇ ਪਰੇਸ਼ਾਨੀ ਵਿੱਚ ਜਿਹੜਾ ਨਾ ਉਹ ਚੈਪਟਰ ਖ਼ਤਮ ਹੋ ਜਾਂਦਾ ਹੈ। 4-5 ਐਗਜ਼ਾਮਪਲਸ ਦੇ ਕੇ ਇਹ ਚੈਪਟਰ ਵਿੱਚ ਇਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਈ ਵਹਿਮ ਦਾ ਕੋਈ ਇਲਾਜ ਨਹੀਂ ਹੈ, ਅਤੇ ਜਿਹੜਾ ਮਨਸਾ ਰਾਮ ਹੈ ਉਹ ਇਹ ਸਟੋਰੀ ਦਾ ਮੇਨ ਕਰੈਕਟਰ ਹੈ। ਅਤੇ ਰਾਈਟਰ ਜਿਹੜਾ ਹੈ ਸਟੋਰੀ ਰਾਹੀਂ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਜਿਹੜਾ ਨਾ ਵਹਿਮਾਂ ਭਰਮਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਵਹਿਮਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਸੋ ਇਹ ਸੀ ਚੈਪਟਰ ਵਹਿਮੀ ਤਾਇਆ ਬਾਏ ਸੁਬਾ ਸਿੰਘ।